10/20/24 ਅੱਜ ਦਾ ਦਿਨ ਹੈ ਔਰ 9/10/2006 ਦੇ ਵਿੱਚ ਇੱਕ ਬਹੁਤ ਹੀ ਸੂਰਮਾ, ਇੱਕ ਰੌਸ਼ਨੀ, ਇੱਕ ਉਮੀਦ, ਇੱਕ ਤਾਕਤ, ਇੱਕ ਹੌਸਲਾ, ਇੱਕ ਨਿਡਰ, ਇੱਕ ਸੂਰਮਾ, ਇੱਕ ਵਿਦਵਾਨ, ਇੱਕ ਤਿਆਗੀ, ਇੱਕ ਦੂਰ ਅੰਦੇਸ਼ੀ, ਇੱਕ ਸੰਤ, ਇੱਕ ਸਿਪਾਹੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਿਆ, ਜਿਨ੍ਹਾਂ ਦਾ ਨਾਂ ਸੀ ਮਾਨੇਵਰ ਸਾਹਿਬ ਕਾਂਸ਼ੀ ਰਾਮ ਜੀ। ਮਾਨੇਵਰ ਸਾਹਿਬ ਕਾਂਸ਼ੀ ਰਾਮ ਜੀ 15 ਮਾਰਚ 1934 ਨੂੰ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਰੋਪੜ ਦੇ ਪਿੰਡ ਪਿਰਥੀਪੁਰ ਬੁੰਗਾ ਸਾਹਿਬ ਵਿਖੇ ਆਪਣੇ ਨਾਨਕੇ ਘਰ ਵਿੱਚ ਜਨਮ ਹੋਇਆ। ਉਹਨਾਂ ਦਾ ਜੱਦੀ ਪਿੰਡ ਖੁਆਸ਼ਪੁਰਾ, ਜ਼ਿਲ੍ਹਾ ਰੂਪਨਗਰ, ਜੋ ਕਿ ਰੋਪੜ ਦੇ ਨਜ਼ਦੀਕ ਹੈ। ਮਾਨੇਵਰ ਸਾਹਿਬ ਕਾਂਸ਼ੀ ਰਾਮ ਜੀ ਦਾ ਬਚਪਨ ਆਪਣੇ ਹੀ ਪਿੰਡ ਵਿੱਚ ਗੁਜ਼ਰਿਆ। ਸਕੂਲੀ ਪੜ੍ਹਾਈ ਦੇ ਬਾਅਦ ਉਹਨਾਂ ਸਰਕਾਰੀ ਕਾਲਜ ਰੂਪਨਗਰ ਤੋਂ BSc ਕੀਤੀ। ਫਿਰ ਉਹ ਪੂਨੇ ਦੇ DRDO ਫੌਜ ਦਾ ਅਸਲਾ ਤਿਆਰ ਕਰਨ ਵਾਲਾ ਅਦਾਰਾ ਵਿਖੇ ਇੱਕ ਵਿਗਿਆਨਕ ਖੋਜ ਅਫਸਰ ਦੇ ਤੌਰ ਤੇ ਨਿਯੁਕਤ ਹੋਏ। ਲੇਕਿਨ ਉੱਥੇ ਵਾਪਰੀਆਂ ਕੁਝ ਘਟਨਾਵਾਂ ਨੇ ਉਹਨਾਂ ਨੂੰ ਬਾਬਾ ਸਾਹਿਬ ਦੇ ਮਿਸ਼ਨ ਨਾਲ ਜੋੜ ਦਿੱਤਾ। DRDO ਵਿਖੇ ਬੁੱਧ ਅਤੇ ਬਾਬਾ ਸਾਹਿਬ ਜਯੰਤੀ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਉਸ ਕੰਪਨੀ ਨੇ। ਇਸ ਦੇ ਖਿਲਾਫ ਰਾਜਸਥਾਨ ਦੇ ਦੀਨਾ ਭਾਨਾ ਬਾਬੇ ਨੇ ਸੰਘਰਸ਼ ਕੀਤਾ ਤਾਂ ਸਾਹਿਬ ਕਾਂਸ਼ੀ ਰਾਮ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਵੀ ਬਾਬਾ ਦੀਨਾ ਭਾਨਾ ਜੀ ਦੀ ਮਦਦ ਕੀਤੀ ਔਰ ਜਲਦ ਹੀ ਉਹਨਾਂ ਨੂੰ ਬਾਬਾ ਸਾਹਿਬ ਦੀ ਇਤਿਹਾਸਕ ਕਿਤਾਬ ਜਾਤ ਪਾਤ ਦਾ ਖਾਤਮਾ, ਜਾਤ ਪਾਤ ਦਾ ਬੀਜ ਨਾਸ਼ ਪੜ੍ਹਨ ਨੂੰ ਦਿੱਤੀ। ਇਸ ਤੋਂ ਉਹਨਾਂ ਨੂੰ ਪਤਾ ਲੱਗਿਆ ਕਿ ਦੇਸ਼ ਦੀ 85% ਆਬਾਦੀ, ਜਿਸ ਨੂੰ SC BC ST ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਅੱਜ ਵੀ ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਿਕ ਤੌਰ ਤੇ ਗੁਲਾਮ ਹਨ। ਉਹਨਾਂ ਤਹੀਆ ਕੀਤਾ ਕਿ ਹੁਣ ਆਪਣਾ ਸਾਰਾ ਜੀਵਨ ਬਾਬਾ ਸਾਹਿਬ ਦੇ ਮਿਸ਼ਨ ਨੂੰ ਸਮਰਪਿਤ ਕਰਾਂਗਾ ਤਾਂ ਕਿ ਇਹਨਾਂ ਵਰਗਾਂ ਨੂੰ ਆਜ਼ਾਦ ਕਰਵਾ ਸਕਾਂ। ਉਹ ਬਾਬਾ ਸਾਹਿਬ ਦੀ ਬਣਾਈ ਹੋਈ RPI ਵਿੱਚ ਕੰਮ ਕਰਨ ਲੱਗੇ, ਲੇਕਿਨ ਜਲਦ ਹੀ ਉਹਨਾਂ ਨੂੰ ਅਹਿਸਾਸ ਹੋਇਆ ਕਿ RPI ਦੇ ਆਗੂ ਬਾਬਾ ਸਾਹਿਬ ਦੇ ਮਿਸ਼ਨ ਨੂੰ ਨਹੀਂ ਬਲਕਿ ਆਪਣੇ ਨਿੱਜੀ ਮਿਸ਼ਨ ਨੂੰ ਹੀ ਪੂਰਾ ਕਰਨ ਵਿੱਚ ਲੱਗੇ ਹੋਏ ਹਨ। 1971 ਵਿੱਚ ਪੂਨਾ ਵਿਖੇ RPI ਦਾ ਕਾਂਗਰਸ ਨਾਲ ਸਮਝੌਤਾ ਹੋਇਆ। ਉਹਨਾਂ ਲੋਕ ਸਭਾ ਦੀਆਂ 521 ਸੀਟਾਂ ਵਿੱਚੋਂ 520 ਸੀਟਾਂ ਕਾਂਗਰਸ ਦੀ ਝੋਲੀ ਪਾਤੀਆਂ, ਸਿਰਫ ਇੱਕ ਸੀਟ RPI ਵਾਸਤੇ ਲਈ ਔਰ ਸਾਹਿਬ ਕਾਂਸ਼ੀ ਰਾਮ ਜੀ ਉੱਥੇ ਮੌਜੂਦ ਸਨ। ਉਹਨਾਂ ਨੂੰ ਲੱਗਿਆ ਕਿ ਬਾਬਾ ਸਾਹਿਬ ਦਾ ਮਿਸ਼ਨ ਹੁਣ RPI ਰਾਹੀਂ ਕਦੇ ਪੂਰਾ ਨਹੀਂ ਹੋ ਸਕਦਾ, ਜਿਹੜੇ 521 ਸੀਟਾਂ ਵਿੱਚੋਂ ਇੱਕ ਸੀਟ ਸਿਰਫ ਲੈਂਦੇ ਹਨ। ਉਹਨਾਂ ਨੇ ਉਸੇ ਦਿਨ RPI ਛੱਡ ਦਿੱਤੀ। ਦੁਬਾਰਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੇ RPI ਦੇ ਅਸਫਲ ਹੋਣ ਦੇ ਕਾਰਨ ਲੱਭਣੇ ਸ਼ੁਰੂ ਕੀਤੇ ਕਿ ਕਿਉਂ ਇਹ ਅਸਫਲ ਹੋਈ, ਕਿਉਂ ਇਹ ਸਿਰਫ ਇੱਕ ਸੀਟ ਤੇ ਆ ਕੇ ਸਿਮਟ ਗਈ। ਉਹ ਇਸ ਸਿੱਟੇ ਤੇ ਪਹੁੰਚ ਕੇ ਬਾਬਾ ਸਾਹਿਬ ਦਾ ਮਿਸ਼ਨ ਡਾਇਨਾਮਿਕ ਸੀ, ਜਾਣੀ ਕਿ ਸਮੇਂ ਦੇ ਨਾਲ ਨਾਲ ਉਹ ਇਸ ਨੂੰ ਬਦਲਦੇ ਰਹਿੰਦੇ ਸਨ, ਚੇਂਜ ਲਿਆਉਂਦੇ ਰਹਿੰਦੇ ਸਨ। ਮਿਸ਼ਨ ਉਹੀ ਹੁੰਦਾ ਸੀ, ਲੇਕਿਨ ਇਸ ਨੂੰ ਚਲਾਉਣ ਲਈ ਬਣਾਈਆਂ ਸੰਸਥਾਵਾਂ, ਅਖਬਾਰਾਂ ਦੇ ਨਾਮ ਅਤੇ ਹੋਰ ਚੀਜ਼ਾਂ ਉਹ ਮੌਕੇ ਦੇ ਹਿਸਾਬ ਨਾਲ ਬਦਲਦੇ ਰਹਿੰਦੇ ਸਨ। ਬਾਬਾ ਸਾਹਿਬ ਜਿਵੇਂ ਉਹਨਾਂ ਨੇ ਪਹਿਲਾਂ ਇੰਡੀਪੈਂਡੈਂਟ ਲੇਬਰ ਪਾਰਟੀ ਬਣਾਈ, ਫਿਰ ਇਸ ਦਾ ਨਾਮ ਬਦਲ ਕੇ ਸ਼ਡਿਊਲਡ ਕਾਸਟ ਫੈਡਰੇਸ਼ਨ ਰੱਖਿਆ। ਆਪਣੇ ਆਖਰੀ ਸਮੇਂ ਇਸ ਦਾ ਨਾਮ ਰਿਪਬਲਿਕਨ ਪਾਰਟੀ ਆਫ ਇੰਡੀਆ RPI ਕੀਤਾ। ਠੀਕ ਇਸੇ ਤਰ੍ਹਾਂ ਉਹਨਾਂ ਨੇ ਮੀਡੀਆ ਵਿੱਚ ਮੂਕ ਨਾਇਕ ਅਖਬਾਰ ਤੋਂ ਸ਼ੁਰੂ ਕੀਤੀ, ਇਸ ਨੂੰ ਬਹਿਸ਼ਕ੍ਰਿਤ ਭਾਰਤ ਵਿੱਚ ਬਦਲਿਆ, ਫਿਰ ਜਨਤਾ, ਫਿਰ ਸਮਤਾ ਅਤੇ ਅਖੀਰ 'ਚ ਪ੍ਰਬੁੱਧ ਭਾਰਤ ਦੇ ਨਾਮ ਨਾਲ ਚਲਾਇਆ। ਬਾਬਾ ਸਾਹਿਬ ਸਭ ਜਾਣਦੇ ਸਨ ਔਰ ਉਹਨਾਂ ਗੱਲਾਂ ਨੂੰ ਹੀ ਸਾਹਿਬ ਕਾਂਸ਼ੀ ਰਾਮ ਜੀ ਨੇ ਵੇਖਿਆ ਤੇ ਬਾਬਾ ਸਾਹਿਬ ਦੇ ਬਾਅਦ ਇਸ ਲਹਿਰ ਦੀ ਅਗਵਾਈ ਕਰਨ ਵਾਲੇ ਆਗੂ ਇਸ ਨੂੰ ਡਾਇਨਾਮਿਕ ਨਹੀਂ ਰੱਖ ਸਕੇ, ਤਬਦੀਲੀ ਨਹੀਂ ਲਿਆ ਸਕੇ ਇਸ ਵਿੱਚ। ਉਹ ਬਾਬਾ ਸਾਹਿਬ ਦੇ ਮਿਸ਼ਨ ਨੂੰ ਜਿੱਥੇ ਉਹ ਇਸ ਛੱਡ ਕੇ ਇਸ ਨੂੰ ਗਏ ਸੀ, ਉਸ ਤੋਂ ਵੀ ਹੇਠਾਂ ਲੈ ਗਏ ਸਨ।
ਬਾਬਾ ਸਾਹਿਬ ਕਾਂਚੀ ਰਾਮ ਜੀ ਬਾਬਾ ਸਾਹਿਬ ਦੇ ਇਸ ਡਾਇਨਾਮਿਕ ਨੂੰ ਮੁੜ ਸੁਰਜੀਤ ਕੀਤਾ। ਆਪਣੇ ਪਹਿਲੇ ਸੰਗਠਨ ਦਾ ਨਾਮ ਬਾਮ ਸੇਫ ਰੱਖਿਆ। ਫਿਰ 1981 ਦੇ ਵਿੱਚ DS4 ਬਣਾਈ ਅਤੇ ਅਖੀਰ ਤੇ BSP 1984 ਦੇ ਵਿੱਚ ਬਣਾਈ ਔਰ ਮੀਡੀਆ ਦੀ ਸ਼ੁਰੂਆਤ ਕੀਤੀ। ਓਪਰੇਸ਼ਨ ਇੰਡੀਅਨ ਤੋਂ ਕੀਤੀ, ਫਿਰ ਬਹੁਜਨ ਸੰਗਠਕ ਦਿੱਲੀ ਤੋਂ ਸ਼ੁਰੂ ਕੀਤਾ ਹਿੰਦੀ ਦੇ ਵਿੱਚ, ਬਹੁਜਨ ਨਾਇਕ, ਬਹੁਜਨ ਸੰਦੇਸ਼ ਚੰਡੀਗੜ੍ਹ ਤੋਂ ਸ਼ੁਰੂ ਕਰਕੇ ਅਨੇਕਾਂ ਹੀ ਅਖਬਾਰ ਸ਼ੁਰੂ ਕੀਤੇ। RPI ਦੀ ਅਸਫਲਤਾ ਦਾ ਦੂਜਾ ਵੱਡਾ ਕਾਰਨ ਜੋ ਉਹਨਾਂ ਨੂੰ ਨਜ਼ਰ ਆਇਆ ਉਹ ਸੀ ਕਿ ਕਿਸੇ ਵੀ ਸਮਾਜ ਨੂੰ ਰਾਜਨੀਤੀ ਵਿੱਚ ਕਾਮਯਾਬ ਹੋਣ ਵਾਸਤੇ ਉਸ ਦੀਆਂ ਗੈਰ ਰਾਜਨੀਤਿਕ ਜੜ੍ਹਾਂ ਮਜ਼ਬੂਤ ਹੋਣੀਆਂ ਚਾਹੀਦੀਆਂ ਹਨ। ਇੱਕ ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਜਦੋਂ ਮੈਂ ਆਪਣੇ ਸਮਾਜ ਦੀਆਂ ਗੈਰ ਰਾਜਨੀਤਿਕ ਜੜ੍ਹਾਂ ਨੂੰ ਲੱਭਣ ਨਿਕਲਿਆ ਤਾਂ ਮੈਨੂੰ ਜੜ੍ਹਾਂ ਹੀ ਨਹੀਂ ਲੱਭੀਆਂ। ਇਸ ਕਰਕੇ ਮੇਰੇ ਜੀਵਨ ਦਾ ਕਾਫੀ ਲੰਮਾ ਸਮਾਂ ਪਹਿਲਾਂ ਆਪਣੇ ਸਮਾਜ ਦੀਆਂ ਗੈਰ ਰਾਜਨੀਤਿਕ ਜੜ੍ਹਾਂ ਬਣਾਉਣ ਨੂੰ ਲਗਾਉਣ ਤੇ ਅਤੇ ਫਿਰ ਉਹਨਾਂ ਨੂੰ ਮਜ਼ਬੂਤ ਕਰਨ ਤੇ ਹੀ ਗੁਜ਼ਰਿਆ। ਇਸੇ ਮਕਸਦ ਲਈ ਉਹਨਾਂ ਨੇ ਆਪਣੇ ਸੰਘਰਸ਼ ਦੀ ਸ਼ੁਰੂਆਤ ਬਾਮ ਸੇਫ ਜਥੇਬੰਦੀ ਤੋਂ ਕੀਤੀ। ਇਸ ਦਾ ਟੀਚਾ ਸਮਾਜ ਦੀਆਂ ਗੈਰ ਰਾਜਨੀਤਿਕ ਜੜ੍ਹਾਂ ਨੂੰ ਮਜ਼ਬੂਤ ਕਰਕੇ ਪਹਿਲਾਂ ਸਮਾਜਿਕ ਪਰਿਵਰਤਨ ਕਰਨਾ ਸੀ। ਫਿਰ ਉਹਨਾਂ ਨੇ ਇਸ ਲਹਿਰ ਨੂੰ ਰਾਜਨੀਤਿਕ ਪਰਿਵਰਤਨ ਵੱਲ ਮੋੜਿਆ, ਸੰਘਰਸ਼ ਵਾਸਤੇ DS4 ਬਣਾਈ ਅਤੇ ਫਿਰ ਚੋਣਾਂ ਲੜਨ ਲਈ BSP ਦੀ ਸਥਾਪਨਾ ਕੀਤੀ। ਕੁਝ ਹੀ ਵਰ੍ਹਿਆਂ 'ਚ ਉਹ 1984 ਤੋਂ ਸ਼ੁਰੂ ਕਰਕੇ 1994 ਵਿੱਚ ਮੁਲਾਇਮ ਸਿੰਘ ਯਾਦਵ ਨਾਲ ਉੱਤਰ ਪ੍ਰਦੇਸ਼ ਵਿੱਚ ਸਰਕਾਰ ਬਣਾਉਣ 'ਚ ਕਾਮਯਾਬ ਹੋਏ। 1995 ਵਿੱਚ ਉਹਨਾਂ ਨੇ BSP ਦੀ ਸਰਕਾਰ ਬਣਾਈ। 1996 ਦੀਆਂ ਲੋਕ ਸਭਾ ਚੋਣਾਂ ਵਿੱਚ ਕਈ MP ਪੰਜਾਬ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਤੋਂ ਜਿਤਾਏ। 2004 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਐਲਾਨ ਕੀਤਾ ਕਿ ਦੇਸ਼ ਵਿੱਚ ਭਾਰੀ ਰਾਜਨੀਤਿਕ ਪਰਿਵਰਤਨ ਹੋਣ ਜਾ ਰਿਹਾ ਹੈ ਅਤੇ ਉਹ ਬਹੁਜਨ ਸਮਾਜ ਨੂੰ ਦੇਸ਼ ਦਾ ਹੁਕਮਰਾਨ ਬਣਾਉਣਗੇ। ਇਸੇ ਦੌਰਾਨ ਉਹਨਾਂ ਨੇ ਧਾਰਮਿਕ ਪਰਿਵਰਤਨ ਲਈ ਵੀ ਇੱਕ ਵੱਡੀ ਘੋਸ਼ਣਾ ਕੀਤੀ। 14 ਅਕਤੂਬਰ 1956 ਨੂੰ ਬਾਬਾ ਸਾਹਿਬ ਨੇ ਨਾਗਪੁਰ ਵਿਖੇ ਆਪਣੇ ਲੱਖਾਂ ਲੋਕਾਂ ਨਾਲ ਹਿੰਦੂ ਧਰਮ ਛੱਡ ਕੇ ਬੁੱਧ ਧਰਮ ਅਪਣਾ ਲਿਆ ਸੀ ਔਰ 14 ਅਕਤੂਬਰ 2006 ਨੂੰ ਇਸ ਦੀ ਗੋਲਡਨ ਜੁਬਲੀ ਹੋਣ ਵਾਲੀ ਸੀ। ਸਾਹਿਬ ਕਾਂਚੀ ਰਾਮ ਜੀ ਨੇ ਇਸ ਮੌਕੇ ਲਖਨਊ ਵਿਖੇ ਉੱਤਰ ਪ੍ਰਦੇਸ਼ ਦੇ 2 ਕਰੋੜ ਚਮਾਰਾਂ ਨਾਲ ਹਿੰਦੂ ਧਰਮ ਛੱਡ ਕੇ ਬੁੱਧ ਧਰਮ ਅਪਣਾਉਣ ਦਾ ਐਲਾਨ ਕੀਤਾ। ਇਸ ਤਰ੍ਹਾਂ ਉਹਨਾਂ ਨੇ ਪਹਿਲਾ ਸਮਾਜਿਕ ਅਤੇ ਰਾਜਨੀਤਿਕ ਪਰਿਵਰਤਨ ਕੀਤਾ ਅਤੇ ਅਖੀਰ 'ਚ ਧਾਰਮਿਕ ਪਰਿਵਰਤਨ ਦਾ ਨਿਸ਼ਾਨਾ ਰੱਖਿਆ। ਲੇਕਿਨ ਅਫਸੋਸ ਕਿ 15 ਸਤੰਬਰ 2003 ਨੂੰ ਟ੍ਰੇਨ ਰਾਹੀਂ ਹੈਦਰਾਬਾਦ ਜਾਂਦੇ ਹੋਏ ਉਹ ਸਖਤ ਬਿਮਾਰ ਹੋ ਗਏ। ਫਿਰ ਉਹ ਕਦੇ ਜਨਤਕ ਜੀਵਨ ਵਿੱਚ ਵਾਪਸੀ ਨਹੀਂ ਕਰ ਸਕੇ ਕਿਉਂਕਿ ਉਹਨਾਂ ਨੂੰ ਅਧਰੰਗ ਹੋ ਗਿਆ ਸੀ। ਕਈ ਸਾਲ ਬਿਮਾਰ ਰਹਿਣ ਦੇ ਬਾਅਦ 9 ਅਕਤੂਬਰ ਅੱਜ ਦੇ ਦਿਨ 2006 ਨੂੰ ਉਹਨਾਂ ਨੂੰ ਪ੍ਰੀ ਨਿਰਵਾਣ ਪ੍ਰਾਪਤ ਹੋਇਆ। ਅੱਜ ਉਹਨਾਂ ਦੇ ਜਾਣ ਦੇ 2 ਦਹਾਕਿਆਂ ਬਾਅਦ ਉਹਨਾਂ ਦੇ ਸਮਾਜਿਕ ਪਰਿਵਰਤਨ ਲਈ ਸ਼ੁਰੂ ਕੀਤੇ ਗਏ ਸੰਗਠਨ ਬਾਮ ਸੇਫ ਦੇ ਕਈ ਟੁਕੜੇ ਹੋ ਚੁੱਕੇ ਹਨ। ਜਿਹੜੀ ਬਾਮ ਸੇਫ ਉਸ ਵੇਲੇ ਕਾਂਗਰਸ ਨੇ ਖਰੀਦ ਲਈ ਔਰ ਉਹਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਵੰਡ ਦਿੱਤਾ। ਤਾਂ ਸਾਹਿਬ ਕਾਂਚੀ ਰਾਮ ਜੀ ਨੇ ਇਹ ਸਾਰਾ ਕੁਝ ਦੇਖਿਆ, ਬਾਮ ਸੇਫ ਟੁੱਟਦੀ ਦੇਖੀ, ਫਿਰ ਹੀ ਉਹਨਾਂ ਨੇ ਦੁਬਾਰਾ BSP ਵੱਲ ਨੂੰ ਮੂੰਹ ਮੋੜਿਆ। ਤਾਂ ਸਤਿਕਾਰਯੋਗ ਸਾਥੀਓ, ਇਹ ਸਾਹਿਬ ਕਾਂਚੀ ਰਾਮ ਜੀ ਅੱਜ ਦੇ ਦਿਨ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸਨ ਔਰ 18 ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ। ਸਾਨੂੰ ਉਹਨਾਂ ਨੂੰ ਹਰ ਦਿਨ ਯਾਦ ਕਰਦੇ ਰਹਿਣਾ ਚਾਹੀਦਾ, ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਔਰ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। 9-10 ਕਿੰਨੇ ਕੁ ਲੋਕ ਨੇ ਜਿਹੜੇ ਬਾਊ ਕਾਂਚੀ ਰਾਮ ਜੀ ਦੀ ਸੋਚ ਤੇ ਪਹਿਰਾ ਦੇ ਰਹੇ ਨੇ, ਬਾਊ ਕਾਂਚੀ ਰਾਮ ਨੂੰ ਸਮਝ ਰਹੇ ਨੇ?